ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਓਨਟਾਰੀਓ ਵਾਸੀਆਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ, ਖਜ਼ਾਨਾ ਮੰਤਰੀ ਆਪ ਮਨਾ ਰਹੇ ਛੁੱਟੀਆਂ। ਸਰੀ ਦੇ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ, ਪੁਲਿਸ ਨੇ ਨਹੀਂ ਦੱਸੀ ਮਰਨ ਵਾਲਿਆਂ ਦੀ ਪਹਿਚਾਣ। ਕਰੋਨਾ ਟੀਕੇ ਦੇ ਨਾਮ ਤੇ ਠੱਗੀ ਦੀ ਕੋਸ਼ਿਸ਼, ਛੇਤੀ ਪਹੁੰਚਾਉਣ ਦਾ ਕੀਤਾ ਜਾ ਰਿਹਾ ਹੈ ਦਾਅਵਾ। ਓਨਟਾਰੀਓ ਦੇ ਵਿੱਚ 8.5 ਮਿਲੀਅਨ ਟੀਕੇ ਲਗਾਉਣ ਦੀ ਯੋਜਨਾ, ਅਜਿਹਾ ਕਰਨ ਦਾ ਜੂਨ ਤੱਕ ਦਾ ਰੱਖਿਆ ਗਿਆ ਟੀਚਾ। ਕਮਲਾ ਹੈਰਿਸ ਨੇ ਵੀ ਲਗਵਾਇਆ ਕਰੋਨਾ ਟੀਕਾ, ਨਾਲ ਹੀ ਕੀਤੀ ਲੋਕਾਂ ਨੂੰ ਟੀਕੇ ਬਾਰੇ ਅਪੀਲ। ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਕੋਵਿਡ-19 ਵੈਕਸੀਨ ਲਗਵਾਈ ਗਈ ਹੈ। ਸੋ ਇਸ ਦੀ ਇੱਕ ਵੀਡੀਓ ਵੀ ਜਾਰੀ ਹੋਈ ਹੈ, ਜਿਸ ਦੇ ਵਿੱਚ ਉਹਨਾਂ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਕੋਵਿਡ-19 ਦੇ ਸ਼ਾਟ ਨੂੰ ਲਗਾਇਆ ਗਿਆ। ਇਸ ਤੋਂ ਪਹਿਲਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵੀ ਕੋਵਿਡ-19 ਦੀ ਵੈਕਸੀਨ ਲੈ ਚੁੱਕੇ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਵੱਲੋਂ ਵੀ ਕਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਇੱਕ ਖਬਰ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਅਜਿਹੇ ਹਨ ਜੋ ਕਿ ਕਰੋਨਾ ਦਾ ਟੀਕਾ ਕਿਸੇ ਡਰ ਕਾਰਨ ਜਾਂ ਫਿਰ ਹੋਰ ਕਾਰਨ ਕਰਕੇ ਨਹੀਂ ਲਗਵਾਉਣਾ ਚਾਹੁੰਦੇ। ਅਜਿਹੇ ਵਿੱਚ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਵੱਲੋਂ ਇੱਕ ਖੁਦ ਵੈਕਸੀਨ ਲਈ ਜਾ ਰਹੀ ਹੈ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਤਾਂ ਇਸ ਟੀਕੇ ਨੂੰ ਜ਼ਰੂਰ ਲਗਵਾਓ। ਅੱਜ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਕੋਵਿਡ-19 ਵੈਕਸੀਨ ਲਗਵਾਇਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵੀ ਕਰੋਨਾ ਦਾ ਇਹ ਟੀਕਾ ਲਗਵਾ ਚੁੱਕੇ ਹਨ। ਕਮਲਾ ਹੈਰਿਸ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ, ਜਿਸ ਵਿੱਚ ਲਿਖਦਿਆਂ ਉਹਨਾਂ ਕਿਹਾ ਕਿ ਮੈਂ ਸ਼ੁਕਰਗੁਜ਼ਾਰ ਹਾਂ ਫਰੰਟ ਲਾਈਨ ਵਰਕਰਸ ਦੀ, ਸਾਇੰਟਿਸਟ ਦੀ, ਰਿਸਰਚਰਸ ਦੀ, ਜਿਨ੍ਹਾਂ ਨੇ ਇਸ ਪਲ ਨੂੰ ਹਕੀਕਤ ਬਣਾਇਆ। ਨਾਲ ਹੀ ਉਹਨਾਂ ਵੱਲੋਂ ਖਾਸ ਅਪੀਲ ਵੀ ਕੀਤੀ ਗਈ, ਜਿਸ ਵਿੱਚ ਉਹਨਾਂ ਕਿਹਾ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤਾਂ ਵੈਕਸੀਨ ਜ਼ਰੂਰ ਲਗਵਾਓ। ਇਸ ਸਮੇਂ ਅਮਰੀਕਾ ਕੋਵਿਡ-19 ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇੱਥੇ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅਜਿਹੇ ਦੇ ਵਿੱਚ ਇੱਕ ਜਾਣਕਾਰੀ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਅਜਿਹੇ ਅਮਰੀਕਨ ਹਨ ਜੋ ਕਰੋਨਾ ਦਾ ਟੀਕਾ ਨਹੀਂ ਲਗਾਉਣਾ ਚਾਹੁੰਦੇ। ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਕਰ ਰਹੇ ਹਨ। ਸੋ ਉਹਨਾਂ ਦਾ ਕੌਨਫੀਡੈਂਸ ਬੂਸਟ ਕਰਨ ਦੇ ਲਈ ਜੋ ਬਾਈਡਨ ਵੱਲੋਂ ਵੀ ਕਰੋਨਾ ਦਾ ਟੀਕਾ ਲਗਵਾਇਆ ਗਿਆ, ਅਮਰੀਕਾ ਦੇ ਉਪ ਰਾਸ਼ਟਰਪਤੀ ਵੱਲੋਂ ਵੀ ਇਹ ਵੈਕਸੀਨ ਲਗਵਾਇਆ ਗਿਆ, ਤਾਂ ਕਿ ਲੋਕਾਂ ਦੇ ਵਿੱਚ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਇਹ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। I want to thank United Medical Center for the work that you do in Southeast DC, serving a community that is often overlooked. So it is good to be here. And I've now been vaccinated. As Joe likes to say, there's a big difference between the vaccine and vaccinations. I want to encourage everyone to get the vaccine. It is relatively painless. It happens really quickly. It is safe. The Moderna, the Pfizer today, I had the Moderna vaccine. My husband is going to have it today as well. I look forward to getting the second vaccine. And literally, this is about saving lives. It's literally about saving lives. I trust the scientists. And it is the scientists who created and approved this vaccine. So I urge everyone, when it is your turn, get vaccinated. It's about saving your life, the life of your family members, and the life of your community. And so thank you, and let's all just do what we need to do to stay healthy and safe this holiday season and every day of the year. Thank you all. Madam Vice President-elect, I have two questions. One is taking this vaccine in Anacostia, predominantly Black community. Yes. Is this an effort to dispel fears and mistrust in the minority community with this vaccine? So I'm in Anacostia today because, first of all, we have phenomenal healthcare providers like Nurse Patricia who serve the community, and we have hospitals and medical centers and clinics like this all over the country who are staffed by people who understand the community, who often come from the community, and who administer all year round trusted health care. And so I want to remind people that right in your community is where you can take the vaccine, where you will receive the vaccine by folks you may know, folks who otherwise are working in the same hospital where your children were born, folks who are working in the same hospital where an elderly relative received the kind of care that they needed. So I want to remind people that they have trusted sources
of help, and that's where they will be able to go to get the vaccine. So I encourage them to do that. And lastly, on the stimulus check, Chuck Schumer is trying to increase it to $2,000 with unanimous consent today. It may not pass. Mitch McConnell is holding it up. What say you, Vice President? Well, I actually have a bill for that. Where a while back, I recommended that folks receive a $2,000 check. And so I would urge Mitch McConnell to put my bill on the floor for a vote. Thank you, everyone. Thank you. ਸਰੀ ਦੇ ਵਿੱਚ 3 ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲਿਸ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ, ਪਰ ਉਹਨਾਂ ਨੇ ਹਾਲੇ ਤੱਕ ਜਿਨ੍ਹਾਂ ਦੀ ਇਸ ਦੌਰਾਨ ਮੌਤ ਹੋਈ ਹੈ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ, ਉਹਨਾਂ ਵੱਲੋਂ ਨਹੀਂ ਦੱਸੇ ਗਏ। ਸੋ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਸਰੀ ਦੇ 3 ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ ਤੇ ਕੀ ਉੱਥੇ ਪੁਲਿਸ ਵੱਲੋਂ ਇਸ ਦੀ ਅਪਡੇਟ ਸਾਂਝੀ ਕੀਤੀ ਗਈ ਹੈ। ਸਰੀ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਦੇ ਵਿੱਚ ਗੋਲੀ ਲੱਗਣ ਕਾਰਨ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਉਹਨਾਂ ਦੀ ਪੁਲਿਸ ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ। ਇਨ੍ਹਾਂ ਦੇ ਨਾਮ ਤੇ ਪਹਿਚਾਣ ਪੁਲਿਸ ਵੱਲੋਂ ਅਜੇ ਸਾਂਝੀ ਨਹੀਂ ਕੀਤੀ ਗਈ। ਪਰ ਸੂਤਰਾਂ ਦੇ ਹਵਾਲੇ ਤੋਂ ਸਰੀ ਦੇ ਵਿੱਚ ਗੋਲੀ ਲੱਗਣ ਕਾਰਨ ਮਰਨ ਵਾਲੇ ਇੱਕ ਪੰਜਾਬੀ ਨੌਜਵਾਨ ਦੀ ਪਹਿਚਾਣ ਸਾਹਮਣੇ ਆਈ ਹੈ। ਇਸ ਨੌਜਵਾਨ ਦਾ ਨਾਮ ਹਰਮਨ ਸਿੰਘ ਢੇਸੀ ਹੈ, ਜਿਸ ਦੀ ਉਮਰ ਮਹਿਜ਼ 19 ਸਾਲ ਸੀ। ਸਰੀ ਦੇ 137 ਸਟਰੀਟ ਅਤੇ 90 ਐਵੀਨਿਊ ਨੇੜੇ ਗੋਲੀਆਂ ਚੱਲੀਆਂ ਅਤੇ ਹਰਮਨ ਸਿੰਘ ਢੇਸੀ ਦੀ ਮੌਤ ਹੋ ਗਈ। ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਅਜਿਹੀ ਇੱਕ ਹੋਰ ਘਟਨਾ 148 ਸਟਰੀਟ 110 ਐਵੀਨਿਊ ਦੇ ਵਿੱਚ ਵਾਪਰੀ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੇ ਵੀ ਗੋਲੀਆਂ ਮਾਰੀਆਂ ਗਈਆਂ ਸਨ। ਇਸੇ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਵਾਪਰੀ ਜੋ ਕਿ 11000 ਬਲਾਕ ਆਫ 148 ਏ ਸਟਰੀਟ ਦੇ ਉੱਪਰ ਵਾਪਰੀ, ਜਿਸ ਦੇ ਵਿੱਚ ਇੱਕ ਦੀ ਮੌਤ ਹੋਣ ਦੀ ਖਬਰ ਹੈ। ਸਰੀ ਆਰਸੀ ਐਮਪੀ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਜਿਸ ਨੂੰ ਗੋਲੀਆਂ ਲੱਗੀਆਂ ਉਹ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੈ। ਅਜੇ ਤੱਕ ਆਰਸੀ ਐਮਪੀ ਵੱਲੋਂ ਅਧਿਕਾਰਿਕ ਤੌਰ ਦੇ ਉੱਪਰ ਮਰਨ ਵਾਲਿਆਂ ਦੇ ਨਾਮ ਦੀ ਪੁਸ਼ਟੀ ਨਹੀਂ ਕੀਤੀ ਗਈ। Once we determine the identity of our victim, then we will have a lot of information to work with, who she is, her background, what is the possible motive behind this? All these questions we hope to answer once we know who she is. ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਟੀਕਾਕਰਨ ਜਾਣੀ ਕਿ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਓਨਟਾਰੀਓ ਦੇ ਵਿੱਚ ਟੀਚਾ ਰੱਖਿਆ ਗਿਆ ਹੈ ਕਿ 8.5 ਮਿਲੀਅਨ ਲੋਕਾਂ ਨੂੰ ਜੋ ਇਹ ਕੋਵਿਡ-19 ਦੀ ਵੈਕਸੀਨ ਜੂਨ ਆਖਿਰ ਤੱਕ ਦਿੱਤੀ ਜਾਏਗੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਥੇ 3 ਫੇਜ਼ ਦੇ ਅਧੀਨ ਇਹ ਟੀਕਾਕਰਨ ਕੀਤਾ ਜਾਏਗਾ। ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਕਿਸ ਫੇਜ਼ ਦੇ ਵਿੱਚ ਕਿੰਨੇ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਏਗਾ ਤੇ ਨਾਲ ਦੀ ਨਾਲ ਹੋਰ ਉਹਨਾਂ ਵੱਲੋਂ ਕੀ ਯੋਜਨਾ ਇਸ ਨੂੰ ਲੈ ਕੇ ਤਿਆਰ ਕੀਤੀ ਗਈ ਹੈ। ਓਨਟਾਰੀਓ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਜੂਨ ਆਖਿਰ ਤੱਕ 8.5 ਮਿਲੀਅਨ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ। ਇਹ ਉਮੀਦ ਓਨਟਾਰੀਓ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇੱਥੋਂ ਦੀ ਵੈਕਸੀਨ ਡਿਸਟ੍ਰੀਬਿਊਸ਼ਨ ਟਾਸਕ ਫੋਰਸ ਦੇ ਮੁਖੀ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ। ਹਿਲਫਰ ਨੇ ਕਿਹਾ ਕਿ ਟੀਕਾ 3 ਫੇਜ਼ਸ ਦੇ ਵਿੱਚ ਲਗਾਇਆ ਜਾਵੇਗਾ। ਮਾਰਚ ਦੇ ਆਖਿਰ ਤੱਕ ਫੇਜ਼ 1 ਮੁਕੰਮਲ ਹੋਵੇਗਾ, ਜਿਸ ਤਹਿਤ 1.5 ਮਿਲੀਅਨ ਓਨਟਾਰੀਓ ਵਾਸੀਆਂ ਨੂੰ ਡੋਜ਼ਸ ਦਿੱਤੇ ਜਾਣ ਦੀ ਉਮੀਦ ਹੈ। ਇਸ ਦੇ ਵਿੱਚ ਹੈਲਥ ਕੇਅਰ ਵਰਕਰਸ ਅਤੇ ਫਰਸਟ ਨੇਸ਼ਨ ਸ਼ਾਮਿਲ ਹਨ। ਫੇਜ਼ 2 ਅਪ੍ਰੈਲ ਦੇ ਵਿੱਚ ਸ਼ੁਰੂ ਹੋਵੇਗਾ। ਇਸ ਦੇ ਵਿੱਚ 7.5 ਮਿਲੀਅਨ ਨੂੰ ਕੋਰੋਨਾ ਸ਼ਾਟਸ ਲਗਾਏ ਜਾਣਗੇ। ਫੇਜ਼ 3 ਦੇ ਤਹਿਤ ਜੋ ਵੈਕਸੀਨ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਲਗਾਇਆ ਜਾਵੇਗਾ। In phase 1, in January, we will have about 300,000 doses of vaccine to administer to the people of Ontario. For those who are eligible and want to have that vaccine, to have it, to give them a greater level of protection than what they now have in those first 2 priorities, those in long-term care homes, those in retirement homes, those in most vulnerable circumstances, and the healthcare workers themselves. In February, we'll grow that to about 700,000 vaccines, and we'll get at more of the people in those 2 priorities. In March, we'll go to about 1.1 million vaccines, and so by the end of phase 1, we hope to have vaccinated over 1 million healthcare workers and people in the most vulnerable circumstances here in Ontario. We can't do it any faster. We don't have the vaccines coming to us any faster, and if we did, we would use them more quickly, so we'll do it as fast as we can. And I know it's late to ask for a Christmas gift, but if I could ask for one, I would ask Health Canada to relook the Moderna vaccine and see if we could make that a one-shot vaccine and give us that greater capacity to go out and vaccinate people even faster than we plan on doing now. We want to flow seamlessly towards the end of March, when we've got more than 1 million people vaccinated across the province, into healthcare workers
and those in most vulnerable circumstances. We want to flow seamlessly into what we call phase 2. And that's when we get a large number of vaccines that will flow to the province of Ontario. We're looking at 15 million vaccines flowing into Ontario during the months of April, May, and June. And while we do not know exactly when they'll come, we're assuming that we'll get them at 5 million doses of vaccine per month for April, May, and June. And therefore, as a result of that, we want to be ready to put needles into the arms of about 150,000 people across Ontario per day. For that, we want to use mass vaccination sites, and we'll want to get several of those up and running to ensure that they are ready to go in late February, early March, to ensure that they are ready to go. We'll want to continue to use the hospitals, although we may not depend quite as heavily on them because they are fully occupied, we know, in the war against COVID on the other front. And we know that the stresses and strains on them are great, but also we want them in the fight nonetheless. And they do want to be part of this positive part in the fight against COVID-19. And we want to use a vast number of vaccination sites, and dare I say it, pharmacies across Ontario. And we want to use special mobile vaccination sites that can go into areas or go into folks that are at high risk into the area where they are and actually vaccinate on site. And the prioritization has not been done for phase 2 or phase 3 yet, and we will offer some counsel to the Premier and to the Cabinet and therefore to the Government of Ontario so they can tell us what they want to do first. But I actually think with the number of vaccines that we have coming in, we will very quickly be able to get a number of priorities, and we'll be able to get into looking after many of the essential workers across Ontario, whether that's farm workers or police officers or school teachers or other folks. We will be able to start, I believe, starting to vaccinate them early in that phase 2. And we will be able to get at people at various age groups, particularly those who are most vulnerable, that we did not pick up in the long-term care homes or the retirement homes. That is to say, people that are 75 and upwards, people that are 50 to 75, and we will be able to start with those age brackets. And I think maybe the pharmacies would be a good way of executing that part of our program. We'll be able to start with those age brackets. And at the same time, we will be able to really pay attention to those in most vulnerable circumstances. Some of our First Nations in urban settings, for example, other communities that are close unto themselves and don't normally seek medical assistance and live sometimes, frankly, off the grid. We will want to be able to go into some of those neighborhoods and some of those communities and vaccinate where they are and offer them this opportunity to be protected from COVID-19. We want to roll through April, May, and June and use every single one of those 15 million vaccinations. And if you do the calculation, you'll realize that's about 7.5 million people, thereabouts. More if Moderna should be a one-shot vaccine. If you add that to the over 1 million people that we will be able to vaccinate in phase 1, we're going to be at 8.5 million people in Ontario vaccinated by the end of June or early July. That's the bulk of Ontarians who we believe are both eligible to take the vaccine and who will want to take the vaccine. ਅਮਰੀਕਾ ਤੋਂ ਨਾਗਰਿਕਤਾ ਦੇ ਸੰਬੰਧ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਹਾ ਗਿਆ ਹੈ ਕਿ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਮਿਲੇਗੀ। ਇਹ ਉਹ ਲੋਕ ਨੇ ਜਿਹੜੇ ਬਿਨਾਂ ਦਸਤਾਵੇਜ਼ ਯਾਨੀ ਕਿ ਡਾਕੂਮੈਂਟਸ ਦੇ ਇੱਥੇ ਰਹਿ ਰਹੇ ਹਨ। ਇਸ ਦੀ ਜਾਣਕਾਰੀ ਖੁਦ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਦਿੱਤੀ ਗਈ ਹੈ। ਨਾਲ ਹੀ ਉਹਨਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਹਨ। ਦੱਸਦੇ ਹਾਂ ਤੁਹਾਨੂੰ ਇਸ ਖਬਰ ਦੇ ਵਿੱਚ। ਅਮਰੀਕਾ ਦੇ ਵਿੱਚ ਨਾਗਰਿਕਤਾ ਦੇਣ ਸੰਬੰਧੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਾਗਰਿਕਤਾ ਦੇਣ ਬਾਰੇ ਇੱਕ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਜਿਹੜੇ ਬਿਨਾਂ ਦਸਤਾਵੇਜ਼ ਦੇ ਰਹਿ ਰਹੇ ਹਨ ਉਹਨਾਂ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਦੇ ਸੰਬੰਧ ਦੇ ਵਿੱਚ ਸੰਸਦ 'ਚ ਇੱਕ ਬਿੱਲ ਪੇਸ਼ ਕੀਤਾ ਜਾਵੇਗਾ। ਦੱਸਦੀਏ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਤੇ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ 20 ਜਨਵਰੀ ਨੂੰ ਸਹੁੰ ਚੁੱਕਣਗੇ। ਭਾਰਤੀ ਮੂਲ ਦੀ ਹੈਰਿਸ ਨੇ ਟਵਿੱਟਰ ਦੇ ਉੱਪਰ ਇਸ ਦੀ ਜਾਣਕਾਰੀ ਦਿੱਤੀ, ਜਿਸ ਵਿੱਚ ਉਹਨਾਂ ਲਿਖਿਆ ਕਿ ਅਹੁਦਾ ਸੰਭਾਲਣ ਪਿੱਛੋਂ ਉਹਨਾਂ ਦੀ ਅਤੇ ਬਾਈਡਨ ਦੀ ਪਹਿਲ ਅਮਰੀਕਨ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਦੀ ਹੋਵੇਗੀ। ਉਹਨਾਂ ਵਾਅਦਾ ਕੀਤਾ ਕਿ ਪੈਰਿਸ ਵਿੰਡ ਵਾਟਰ ਐਗਰੀਮੈਂਟ ਦੇ ਨਾਲ ਅਮਰੀਕਾ ਦੁਬਾਰਾ ਜੁੜੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਪੱਖਪਾਤੀ ਕਰਾਰ ਦਿੱਤਾ ਸੀ ਅਤੇ ਇਸ ਤੋਂ ਅਮਰੀਕਾ ਨੂੰ ਅਲੱਗ ਕਰ ਲਿਆ ਸੀ। ਇਹ ਸਮਝੌਤਾ 2015 ਦੇ ਵਿੱਚ ਕੀਤਾ ਗਿਆ ਸੀ। ਹੈਰਿਸ ਨੇ ਟਵਿੱਟਰ ਦੇ ਉੱਪਰ ਲਿਖਿਆ ਕਿ ਪਹਿਲੇ ਦਿਨ ਤੋਂ ਮੈਂ ਅਤੇ ਜੋ ਬਾਈਡਨ ਕੋਵਿਡ-19 ਪੈਂਡੇਮਿਕ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਕੰਮ ਕਰਾਂਗੇ।
ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀ ਸੁਰੱਖਿਆ ਦੇ ਲਈ ਕਦਮ ਚੁੱਕਾਂਗੇ ਅਤੇ ਜੋ ਬਿਨਾਂ ਦਸਤਾਵੇਜ਼ ਦੇ ਰਹਿਣ ਵਾਲੇ 1.1 ਕਰੋੜ ਲੋਕ ਨੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਅਤੇ ਇਹ ਬਿੱਲ ਸੰਸਦ ਦੇ ਵਿੱਚ ਭੇਜਾਂਗੇ। ਓਨਟਾਰੀਓ ਦੇ ਵਿੱਚ ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਆਉਣ ਦੇ ਚੱਲਦਿਆਂ ਇੱਥੇ ਲਾਕਡਾਊਨ ਲਗਾਇਆ ਗਿਆ ਹੈ। ਲੋਕਾਂ ਨੂੰ ਘਰ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਨਾਨ ਐਸੈਂਸ਼ੀਅਲ ਟਰੈਵਲ ਜਾਣੀ ਕਿ ਗੈਰ ਜ਼ਰੂਰੀ ਯਾਤਰਾ ਨਾ ਕੀਤੀ ਜਾਵੇ। ਪਰ ਇਸ ਦੇ ਉਲਟ ਜੋ ਇੱਥੋਂ ਦੇ ਖਜ਼ਾਨਾ ਮੰਤਰੀ ਨੇ ਉਹ ਆਪਣੀ ਪਤਨੀ ਦੇ ਨਾਲ ਛੁੱਟੀਆਂ ਮਨਾਉਂਦੇ ਹੋਏ ਨਜ਼ਰ ਆਏ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਇੱਕ ਪਾਸੇ ਤਾਂ ਤੁਹਾਡੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲੋਕ ਘਰਾਂ ਦੇ ਵਿੱਚ ਰਹਿਣ, ਤਾਂ ਉਹਨਾਂ ਨੇ ਜਵਾਬ ਦਿੱਤਾ ਇਸ ਦੇ ਉੱਪਰ ਕਿ ਉਹਨਾਂ ਦਾ ਇਸ ਨੂੰ ਲੈ ਕੇ ਪਲਾਨ ਜਾਣੀ ਕਿ ਯੋਜਨਾ ਪਹਿਲਾਂ ਤੋਂ ਹੀ ਬਣ ਗਈ ਸੀ। ਇਸ ਖਬਰ ਦੇ ਵਿੱਚ ਨਾਲ ਹੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਓਨਟਾਰੀਓ ਤੋਂ ਅੱਜ ਕਿੰਨੇ ਮਾਮਲੇ ਰਿਪੋਰਟ ਹੋਏ ਹਨ ਤੇ ਕੀ ਕੇਸਿਸ ਓਵਰਵਿਊ ਕੈਨੇਡਾ ਦੇ ਵਿੱਚ ਹੈ, ਉਹ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦੇਵਾਂਗੇ। ਮਾਮਲਾ ਓਨਟਾਰੀਓ ਤੋਂ ਸਾਹਮਣੇ ਆਇਆ, ਜਿੱਥੇ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਖਜ਼ਾਨਾ ਮੰਤਰੀ ਰੌਡ ਫਿਲਿਪਸ ਲੋਕਾਂ ਨੂੰ ਘਰ ਬੈਠਣ ਦੀ ਸਲਾਹ ਦੇ ਰਹੇ ਸਨ ਤੇ ਆਪ ਆਪਣੀ ਪਤਨੀ ਦੇ ਨਾਲ ਦਸੰਬਰ 13 ਤੋਂ ਮੁਲਕ ਦੇ ਬਾਹਰ ਛੁੱਟੀਆਂ ਮਨਾਉਣ ਦੇ ਲਈ ਮਸ਼ਰੂਫ ਹਨ। ਜਦੋਂ ਇਸ ਬਾਰੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਇਸ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਇਹਨਾਂ ਛੁੱਟੀਆਂ ਦਾ ਪਲਾਨ ਤਾਂ ਉਹਨਾਂ ਨੇ ਪਹਿਲਾਂ ਹੀ ਬਣਾਇਆ ਸੀ। ਖਜ਼ਾਨਾ ਮੰਤਰੀ ਹਾਲੇ ਤੱਕ ਵੀ ਵਾਪਸ ਨਹੀਂ ਪਰਤੇ, ਜਦਕਿ ਕਰੋਨਾ ਦੇ ਮਾਮਲੇ ਲਗਾਤਾਰ ਓਨਟਾਰੀਓ ਦੇ ਵਿੱਚ ਵਧਦੇ ਜਾ ਰਹੇ ਹਨ। ਹੁਣ ਤਾਂ ਓਨਟਾਰੀਓ ਦੇ ਵਿੱਚ ਕੋਵਿਡ-19 ਦਾ ਨਵਾਂ ਰੂਪ ਵੀ ਸਾਹਮਣੇ ਆ ਗਿਆ ਹੈ। ਇੱਕ ਪਾਸੇ ਤਾਂ ਓਨਟਾਰੀਓ ਦੇ ਵਿੱਚ ਲਾਕਡਾਊਨ ਲੱਗਾ ਹੋਇਆ ਹੈ ਤੇ ਨਾਨ ਐਸੈਂਸ਼ੀਅਲ ਟਰੈਵਲ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਸਰਕਾਰ ਦੇ ਆਪਣੇ ਹੀ ਮੰਤਰੀ ਇਸ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ ਓਨਟਾਰੀਓ ਤੋਂ 2553 ਕੇਸ ਸਾਹਮਣੇ ਆਏ ਤੇ ਇੱਥੇ 78 ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਵੀ ਗਈ ਹੈ। ਟੋਰਾਂਟੋ ਤੋਂ 895, ਪੀਲ ਰੀਜਨ ਤੋਂ 496, ਵਿੰਸਰ ਐਸੈਕਸ ਤੋਂ 147 ਮਾਮਲੇ ਰਿਪੋਰਟ ਕੀਤੇ ਗਏ ਹਨ। ਕਿਊਬੈਕ ਦੇ ਵਿੱਚ 2381 ਮਾਮਲਿਆਂ ਦੀ ਪੁਸ਼ਟੀ ਹੋਈ ਤੇ 64 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਹੁਣ ਤੱਕ ਇੱਥੇ 1,97,311 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 8,124 ਦੇ ਕਰੀਬ ਲੋਕਾਂ ਦੀ ਜਾਂਚ ਆ ਚੁੱਕੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,131 ਹੈ, ਜਿਨ੍ਹਾਂ ਚੋਂ 148 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 133 ਕੇਸਿਸ ਆਉਣ ਦੇ ਨਾਲ 5 ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਹੁਣ ਤੱਕ ਕੈਨੇਡਾ ਦੇ ਵਿੱਚ 5,62,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 15,279 ਦੇ ਕਰੀਬ ਲੋਕਾਂ ਦੀ ਜਾਂਚ ਆ ਚੁੱਕੀ ਹੈ। 4,73,000 ਕੈਨੇਡਾ ਦੇ ਵਿੱਚ ਹੁਣ ਤੱਕ ਰਿਕਵਰਡ ਕੇਸਿਸ ਦੀ ਗਿਣਤੀ ਹੈ। ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਫਰੰਟਲਾਈਨ ਵਰਕਰਸ ਨੂੰ ਪਹਿਲ ਦੇ ਆਧਾਰ ਦੇ ਉੱਪਰ ਇਹ ਟੀਕਾ ਲਗਾਇਆ ਜਾ ਰਿਹਾ ਹੈ। ਹੁਣ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, 21 ਲੱਖ ਲੋਕਾਂ ਨੂੰ ਇਹ ਵੈਕਸੀਨ ਦੇ ਸ਼ਾਟਸ ਦਿੱਤੇ ਜਾ ਚੁੱਕੇ ਹਨ। ਅਜੇ ਵੀ ਪਰ ਮਾਮਲਿਆਂ ਦਾ ਆਉਣਾ ਉਸੇ ਤਰ੍ਹਾਂ ਜਾਰੀ ਹੈ। ਅਜਿਹੇ ਦੇ ਵਿੱਚ ਸਥਿਤੀ ਨੂੰ ਕਾਬੂ ਦੇ ਵਿੱਚ ਛੇਤੀ ਕਰਨਾ ਕਾਫੀ ਜ਼ਿਆਦਾ ਅਹਿਮ ਵੀ ਹੈ, ਕਿਉਂਕਿ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ਇਸ ਸਮੇਂ ਕਰੋਨਾ ਵਾਇਰਸ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਹ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ, ਪਰ ਅਜਿਹੇ ਦੇ ਵਿੱਚ ਇੱਕ ਚੰਗੀ ਖਬਰ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਆਈ ਹੈ। ਅਮਰੀਕਾ ਦੇ ਵਿੱਚ ਹੁਣ ਤੱਕ 21 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾ ਚੁੱਕਾ ਹੈ। ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ ਵੱਲੋਂ ਇਹ ਡੇਟਾ ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਵਿੱਚ 21,27,143 ਲੋਕਾਂ ਨੂੰ ਹੁਣ ਤੱਕ ਕੋਵਿਡ-19 ਦਾ ਵੈਕਸੀਨ ਦੇ ਦਿੱਤਾ ਗਿਆ ਹੈ। 1,14,45,175 ਡੋਜ਼ਸ ਵੰਡੀਆਂ ਜਾ ਚੁੱਕੀਆਂ ਹਨ। ਹੁਣ ਤੱਕ ਅਮਰੀਕਾ ਦੇ ਵਿੱਚ 1,92 ਲੱਖ ਤੋਂ ਜ਼ਿਆਦਾ ਲੋਕ ਕੋਵਿਡ-19 ਦੇ ਸ਼ਿਕਾਰ ਹੋ ਚੁੱਕੇ ਹਨ। 3,34,000 ਤੋਂ ਜ਼ਿਆਦਾ ਮਰੀਜ਼ਾਂ ਦੀ ਇਸ ਵਾਇਰਸ ਕਾਰਨ ਜਾਨ ਵੀ ਜਾ ਚੁੱਕੀ ਹੈ। ਕਰੋਨਾ ਟੈਸਟ ਵੀ ਇੱਥੇ ਕਾਫੀ ਤੇਜ਼ੀ ਦੇ ਨਾਲ ਕੀਤੇ ਜਾ ਰਹੇ ਹਨ। ਇਸੇ ਕਾਰਨ ਕਰੋਨਾ ਦੇ ਮਾਮਲੇ ਬਾਕੀ ਦੇਸ਼ਾਂ ਨਾਲੋਂ ਵੱਧ ਰਹੇ ਹਨ। ਪਰ ਅਜਿਹੇ ਦੇ ਵਿੱਚ ਰਾਹਤ ਦੀ ਖਬਰ ਇਹ ਹੈ ਕਿ ਜੋ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਉਸ ਦਾ ਕੰਮ ਕਾਫੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਤੇ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਅਮਰੀਕਾ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕੋਵਿਡ-19 ਟੀਕਾ ਲਗਵਾਉਣ ਤੋਂ ਡਰਦੇ ਹਨ, ਪਰ ਅਜਿਹੇ ਦੇ ਵਿੱਚ ਉਹਨਾਂ ਨੂੰ ਹੌਸਲਾ ਦੇਣ ਦੇ ਲਈ, ਹਿੰਮਤ ਦੇਣ ਦੇ ਲਈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਵੱਲੋਂ ਕੋਵਿਡ-19 ਦਾ ਟੀਕਾ ਲਗਾਇਆ ਗਿਆ ਸੀ ਤੇ ਇਸ ਦਾ ਸਿੱਧਾ ਪ੍ਰਸਾਰਣ ਟੀਵੀ ਦੇ ਉੱਪਰ ਕੀਤਾ ਗਿਆ। ਤੇ ਅੱਜ ਇਸੇ ਦੇ ਚੱਲਦਿਆਂ ਹੀ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਵੀ ਕੋਵਿਡ-19 ਦਾ ਸ਼ਾਟ ਲਗਾਇਆ ਗਿਆ। ਉਹ ਇਸ ਕਰਕੇ ਤਾਂ ਕਿ ਅਮਰੀਕਾ ਦੇ ਲੋਕਾਂ ਨੂੰ ਇਹ ਸੰਦੇਸ਼ ਜਾ ਸਕੇ ਕਿ ਇਹ ਜੋ ਕਰੋਨਾ ਦਾ ਟੀਕਾ ਹੈ ਇਹ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ।
ਕੋਰੋਨਾ ਵਾਇਰਸ ਦੇ ਟੀਕੇ ਨੂੰ ਲੈ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ ਇੰਟਰਨੈਟ ਦੇ ਉੱਪਰ ਇਸ ਤਰ੍ਹਾਂ ਦੀਆਂ ਕਈ ਮਸ਼ਹੂਰੀਆਂ ਦਿੱਤੀਆਂ ਜਾ ਰਹੀਆਂ ਨੇ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦਾ ਟੀਕਾ ਤੁਹਾਡੇ ਤੱਕ ਛੇਤੀ ਪਹੁੰਚ ਜਾਵੇਗਾ ਜਾਂ ਇਸ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਹੈਲਥ ਕੈਨੇਡਾ ਨੇ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਜੇਕਰ ਤੁਸੀਂ ਅਜਿਹਾ ਕੋਈ ਵੀ ਤੁਹਾਨੂੰ ਕੋਈ ਮੈਸੇਜ ਆਉਂਦਾ ਹੈ ਜਾਂ ਫਿਰ ਤੁਸੀਂ ਕੋਈ ਮਸ਼ਹੂਰੀ ਇੰਟਰਨੈਟ ਦੇ ਉੱਪਰ ਦੇਖਦੇ ਹੋ ਤਾਂ ਉਸ ਦੇ ਉੱਪਰ ਭਰੋਸਾ ਨਾ ਕੀਤਾ ਜਾਵੇ। ਇਹ ਕਿਸੇ ਵੱਲੋਂ ਇਸ ਨੂੰ ਲੈ ਕੇ ਸਕੈਮ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈਲਥ ਕੈਨੇਡਾ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਇਸ ਸੰਬੰਧਿਤ ਹੈ ਕੋਰੋਨਾ ਟੀਕੇ ਦੇ ਨਾਲ। ਜੀ ਹਾਂ, ਕੋਰੋਨਾ ਟੀਕੇ ਦੇ ਬਾਰੇ ਦੇ ਵਿੱਚ ਸਕੈਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਨਲਾਈਨ ਇਸ ਕੋਵਿਡ ਵੈਕਸੀਨ ਛੇਤੀ ਡਿਲੀਵਰ ਕਰਨ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ, ਜੋ ਕਿ ਅਨਆਥੋਰਾਈਜ਼ਡ ਸੋਰਸਸ ਵੱਲੋਂ ਹੈ। ਉਹਨਾਂ ਦੱਸਿਆ ਕਿ ਹੋਰ ਵੀ ਕਈ ਤਰ੍ਹਾਂ ਦੀ ਗਲਤ ਜਾਣਕਾਰੀ ਪੋਸਟ ਕੀਤੀ ਜਾ ਰਹੀ ਹੈ। ਦਸੰਬਰ 9 ਨੂੰ ਫਾਈਜ਼ਰ ਦਾ ਟੀਕਾ ਕੈਨੇਡਾ ਦੇ ਵਿੱਚ ਅਪਰੂਵ ਕੀਤਾ ਗਿਆ ਸੀ। ਇਸ ਟੀਕੇ ਨੂੰ ਸਟੋਰ ਕਰਨ ਦੇ ਲਈ ਬਹੁਤ ਜ਼ਿਆਦਾ ਠੰਡੇ ਟੈਂਪਰੇਚਰ ਦੀ ਜ਼ਰੂਰਤ ਹੁੰਦੀ ਹੈ। ਜਿਨ੍ਹਾਂ ਡੱਬਿਆਂ ਦੇ ਵਿੱਚ ਇਹਨਾਂ ਟੀਕਿਆਂ ਨੂੰ ਰੱਖਿਆ ਜਾਂਦਾ ਹੈ ਉਹ ਖਾਸ ਤਿਆਰ ਕੀਤੇ ਗਏ ਹਨ, ਜਿਸ ਦੇ ਵਿੱਚ ਤਾਪਮਾਨ ਕੰਟਰੋਲ ਹੋ ਜਾਂਦਾ ਹੈ। ਸੋ ਅਜਿਹੇ ਦੇ ਵਿੱਚ ਜੇਕਰ ਤੁਹਾਨੂੰ ਇੰਟਰਨੈਟ ਦੇ ਉੱਪਰ ਕੋਈ ਵੀ ਇਸ ਤਰ੍ਹਾਂ ਦਾ ਦਾਅਵਾ ਨਜ਼ਰ ਆਉਂਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੋਵੇ ਕਿ ਇਸ ਟੀਕੇ ਨੂੰ ਲੈ ਕੇ ਆਨਲਾਈਨ ਸੇਲ ਦੇ ਵਿੱਚ ਵੈਕਸੀਨ ਮਿਲੇਗਾ ਜਾਂ ਫਿਰ ਜਲਦ ਹੀ ਤੁਹਾਡੇ ਤੱਕ ਇਹ ਕੋਰੋਨਾ ਵੈਕਸੀਨ ਪਹੁੰਚੇਗਾ, ਤਾਂ ਇਹ ਝੂਠ ਹੈ। ਇਸ ਦੀ ਜਾਣਕਾਰੀ ਜਿਵੇਂ ਹੀ ਹੈਲਥ ਕੈਨੇਡਾ ਤੱਕ ਪਹੁੰਚੀ ਤੇ ਉਹਨਾਂ ਨੇ ਇਸ ਦੀ ਚੇਤਾਵਨੀ ਜਾਰੀ ਕਰ ਦਿੱਤੀ ਤਾਂ ਕਿ ਕੋਰੋਨਾ ਵਾਇਰਸ ਦਾ ਨਾਮ ਲੈ ਕੇ ਲੋਕਾਂ ਦੇ ਨਾਲ ਠੱਗੀ ਨਾ ਮਾਰੀ ਜਾਵੇ। ਸੋ ਅਜਿਹੇ ਦੇ ਵਿੱਚ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਯਾਨੀ ਕਿ ਮਸ਼ਹੂਰੀ ਦਿਖਦੀ ਹੈ ਤਾਂ ਸਾਵਧਾਨ ਰਹੋ। ਅਮਰੀਕਾ ਦੀ ਸੰਸਦ ਦੇ ਵਿੱਚ ਰਾਹਤ ਪੈਕੇਜ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਪੈਕੇਜ ਦੇ ਵਿੱਚ ਵਾਧੇ ਦੇ ਬਿੱਲ ਨੂੰ ਇੱਥੇ ਪਾਸ ਕੀਤਾ ਗਿਆ ਹੈ। ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਜੋ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਹਨ, ਉਹਨਾਂ ਵੱਲੋਂ ਇਸ ਦੇ ਉੱਪਰ ਦਸਤਖਤ ਕਰਨ ਦੇ ਲਈ ਟਾਲ ਮਟੋਲ ਕੀਤੀ ਜਾ ਰਹੀ ਸੀ, ਪਰ ਉਹਨਾਂ ਦੇ ਉੱਪਰ ਇਸ ਨੂੰ ਲੈ ਕੇ ਦਬਾਅ ਬਣਿਆ, ਜਿਸ ਤੋਂ ਬਾਅਦ ਉਹ ਸਾਈਨ ਕਰਨ ਦੇ ਲਈ ਰਾਜ਼ੀ ਹੋ ਗਏ। ਹਾਲ ਹੀ ਦੇ ਵਿੱਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਹਤ ਪੈਕੇਜ ਦੇ ਉੱਪਰ ਦਸਤਖਤ ਕੀਤੇ। ਕੋਰੋਨਾ ਰਾਹਤ ਪੈਕੇਜ ਦੇ ਵਿੱਚ ਵਾਧੇ ਦਾ ਬਿੱਲ ਅਮਰੀਕੀ ਸੰਸਦ ਦੇ ਵਿੱਚ ਵੀ ਪਾਸ ਹੋ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੀ ਮੰਗ ਤੇ ਡੈਮੋਕ੍ਰੇਟ ਦੇ ਕੰਟਰੋਲ ਵਾਲੀ US ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਮੋਹਰ ਲਗਾ ਦਿੱਤੀ ਹੈ। ਦਰਅਸਲ ਉਹਨਾਂ ਨੇ ਅਮਰੀਕਨਸ ਦੇ ਲਈ ਕੋਰੋਨਾ ਰਾਹਤ ਪੈਕੇਜ ਨੂੰ $600 ਤੋਂ ਵਧਾ ਕੇ $2000 ਕਰਨ ਦੀ ਗੱਲ ਕਹੀ ਸੀ। ਸਦਨ ਦੇ ਵਿੱਚ 134 ਦੇ ਮੁਕਾਬਲੇ 275 ਵੋਟਾਂ ਦੇ ਨਾਲ ਕੇਅਰਿੰਗ ਫਾਰ ਅਮਰੀਕਨ ਵਿਦ ਸਪਲੀਮੈਂਟਲ ਹੈਲਪ ਐਕਟ 2020 ਨੂੰ ਪਾਸ ਕਰ ਦਿੱਤਾ ਗਿਆ। ਪ੍ਰਸਤਾਵ ਦੇ ਪੱਖ ਦੇ ਵਿੱਚ ਜਾਣੀ ਹੱਕ ਦੇ ਵਿੱਚ 231 ਡੈਮੋਕ੍ਰੇਟ ਅਤੇ 44 ਰਿਪਬਲਿਕਨਾਂ ਨੇ ਵੋਟ ਦਿੱਤੀ। ਹਾਊਸ ਦੀ ਸਪੀਕਰ ਨੈਂਸੀ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਦੇ ਹੱਥਾਂ ਦੇ ਵਿੱਚ ਪੈਸੇ ਦੇਣ ਦੇ ਨਾਲ ਸਾਡੇ ਅਰਥਚਾਰੇ ਨੂੰ ਰਫ਼ਤਾਰ ਮਿਲੇਗੀ। ਉਹਨਾਂ ਵੱਲੋਂ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਦਨ ਅਤੇ ਰਾਸ਼ਟਰਪਤੀ ਇਸ ਮੁੱਦੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਇੱਕ ਹਨ ਅਤੇ ਸਾਨੂੰ ਇਕਨੋਮਿਕ ਦਿੱਕਤਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ $2000 ਦਾ ਚੈੱਕ ਦੇਣਾ ਹੋਵੇਗਾ। ਦੱਸਣਯੋਗ ਹੈ ਕਿ ਸ਼ੁਰੂਆਤ ਦੇ ਵਿੱਚ ਟਰੰਪ ਨੇ ਕੋਰੋਨਾ ਰਾਹਤ ਪੈਕੇਜ ਦੀ ਰਾਸ਼ੀ ਵਧਾਉਣ ਦੇ ਨਾਲ ਹੋਰ ਸਵਾਲ ਚੁੱਕਦੇ ਹੋਏ ਇਸ ਦੇ ਉੱਪਰ ਦਸਤਖਤ ਕਰਨ ਤੋਂ ਮਨਾ ਕਰ ਦਿੱਤਾ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਉੱਪਰ ਦਬਾਅ ਪਿਆ, ਜਿਸ ਕਾਰਨ ਉਹਨਾਂ ਨੇ ਇਸ ਦੇ ਉੱਪਰ ਸਾਈਨ ਕਰ ਦਿੱਤੇ ਤੇ ਹੁਣ ਇਸ ਨੂੰ ਸਦਨ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਸੋ ਇਹ ਪੰਜਾਬੀ ਨੌਜਵਾਨ ਜਿਸ ਦੀ ਮੌਤ ਹੋਈ ਹੈ, ਇਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਤੋਂ ਬਾਅਦ ਉਸਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਵੀ ਹੈ, ਪਰ ਜਾਣਕਾਰੀ ਦਿੱਤੀ ਗਈ ਹੈ ਕਿ ਜਿੱਥੇ ਇਹ ਘਟਨਾ ਵਾਪਰੀ, ਇਹ ਵਿਅਕਤੀ ਜਿੱਥੇ ਕੰਮ ਕਰਦਾ ਸੀ, ਇਹ ਨੌਜਵਾਨ ਜਿੱਥੇ ਕੰਮ ਕਰਦਾ ਸੀ, ਉਸਦੇ ਨੇੜੇ ਹੀ ਇਹ ਹਾਦਸਾ ਵਾਪਰਿਆ। ਬਾਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਵਿੱਚ ਇੱਕ ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਨੌਜਵਾਨ ਪੰਜਾਬ ਦੇ ਫਤਿਆਬਾਦ ਨੇੜਲੇ ਪਿੰਡ ਖਵਾਸਪੁਰ ਦਾ ਰਹਿਣ ਵਾਲਾ ਹੈ। ਇਸ 26 ਸਾਲਾ ਨੌਜਵਾਨ ਦੀ ਮੌਤ ਜਿਸ ਹਾਦਸੇ ਦੇ ਵਿੱਚ ਹੋਈ, ਉਹ ਉਸ ਦੀ ਕੰਮ ਕਰਨ ਵਾਲੀ ਥਾਂ ਦੇ ਨੇੜੇ ਵਾਪਰਿਆ। ਇਸ ਨੌਜਵਾਨ ਦੇ ਪਿਤਾ ਸਾਬਕਾ ਫੌਜੀ ਹਨ। ਜਾਣਕਾਰੀ ਮੁਤਾਬਕ ਇਹ 1.5 ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਦੇ ਨਾਲ ਕੈਨੇਡਾ ਆਇਆ ਸੀ। ਬਰੈਂਪਟਨ ਦੇ ਮੈਡੀਕਲ ਇੰਜੀਨੀਅਰਿੰਗ ਕਾਲਜ ਦੇ ਵਿੱਚ ਇਹ ਮਾਸਟਰਸ ਕਰ ਰਿਹਾ ਸੀ ਅਤੇ ਨਾਲ ਹੀ ਪਾਰਟ ਟਾਈਮ ਨੌਕਰੀ ਕਰਦਾ ਸੀ ਤਾਂ ਕਿ ਪੈਸਾ ਕਮਾਇਆ ਜਾ ਸਕੇ। ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਸਦਮਾ ਹੈ। ਇਸ ਨੌਜਵਾਨ ਦਾ ਸ਼ਰੀਰ 2 ਜਨਵਰੀ ਤੱਕ ਪੰਜਾਬ ਪਹੁੰਚਾਇਆ ਜਾ ਸਕਦਾ ਹੈ। ਪਰਿਵਾਰ ਦੇ ਮੈਂਬਰਾਂ ਵੱਲੋਂ ਇਸ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੂਰੇ ਪਿੰਡ ਦੇ ਵਿੱਚ ਵੀ ਇਸ ਸਮੇਂ ਸੋਗ ਦੀ ਲਹਿਰ ਹੈ, ਕਿਉਂਕਿ ਇਹ ਮਾਪਿਆਂ ਦਾ ਇਕੱਲਾ ਪੁੱਤ ਸੀ, ਜਿਸ ਦੀ ਕੈਨੇਡਾ ਦੇ ਵਿੱਚ ਜੋ ਸੜਕ ਹਾਦਸਾ ਵਾਪਰਿਆ ਉਸ ਦੇ ਵਿੱਚ ਮੌਤ ਹੋ ਗਈ। ਸੋ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਝੋਲਵੀਆਂ ਖਬਰਾਂ ਦੇ ਉੱਪਰ।
ਓਨਟਾਰੀਓ ਵਾਸੀਆਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ, ਖਜ਼ਾਨਾ ਮੰਤਰੀ ਆਪ ਮਨਾ ਰਹੇ ਛੁੱਟੀਆਂ। ਸਰੀ ਦੇ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ, ਪੁਲਿਸ ਨੇ ਨਹੀਂ ਦੱਸੀ ਮਰਨ ਵਾਲਿਆਂ ਦੀ ਪਹਿਚਾਣ। ਕਰੋਨਾ ਟੀਕੇ ਦੇ ਨਾਮ ਤੇ ਠੱਗੀ ਦੀ ਕੋਸ਼ਿਸ਼, ਛੇਤੀ ਪਹੁੰਚਾਉਣ ਦਾ ਕੀਤਾ ਜਾ ਰਿਹਾ ਹੈ ਦਾਅਵਾ। ਓਨਟਾਰੀਓ ਦੇ ਵਿੱਚ 8.5 ਮਿਲੀਅਨ ਟੀਕੇ ਲਗਾਉਣ ਦੀ ਯੋਜਨਾ, ਅਜਿਹਾ ਕਰਨ ਦਾ ਜੂਨ ਤੱਕ ਦਾ ਰੱਖਿਆ ਗਿਆ ਟੀਚਾ। ਕਮਲਾ ਹੈਰਿਸ ਨੇ ਵੀ ਲਗਵਾਇਆ ਕਰੋਨਾ ਟੀਕਾ, ਨਾਲ ਹੀ ਕੀਤੀ ਲੋਕਾਂ ਨੂੰ ਟੀਕੇ ਬਾਰੇ ਅਪੀਲ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।